ਹੈਲੋ ਗਾਇਜ਼ ਵੈਲਕਮ ਟੂ ਦਾ ਪੋਲੀਟੀਕਲ ਕਨਸੈਪਟ। ਅੱਜ ਅਸੀਂ ਜਾਣਾਂਗੇ ਡਿਸਕ੍ਰਿਮੀਨੇਸ਼ਨ ਦੇ ਬਾਰੇ ਕਿ ਡਿਸਕ੍ਰਿਮੀਨੇਸ਼ਨ ਕੀ ਹੈ ਅਤੇ ਕਿਉਂ ਇਸ ਨੂੰ ਪ੍ਰੈਕਟਿਸ ਕੀਤਾ ਜਾਂਦਾ ਹੈ। ਵਿਤਕਰੇ ਦੇ ਇਸ ਕਨਸੈਪਟ ਉੱਤੇ ਹਰੇਕ ਹਿਊਮਨ ਰਾਈਟਸ ਦੇ ਸਿਧਾਂਤਾਂ ਵਿੱਚ ਰੋਕ ਕਿਉਂ ਲਗਾਈ ਗਈ ਹੈ ਤੇ ਕੀ ਇਸ ਦੇ ਨੁਕਸਾਨ ਨੇ। ਇਸ ਦੇ ਵੱਖ-ਵੱਖ ਆਸਪੈਕਟਸ ਬਾਰੇ ਅੱਜ ਅਸੀਂ ਵਿਚਾਰ ਕਰਾਂਗੇ। ਸੋ ਸਟਾਰਟ ਕਰਦੇ ਹਾਂ, ਪਰ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਪੋਲੀਟੀਕਲ ਕਨਸੈਪਟ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਹੋਰ ਵੀ ਬਹੁਤ ਸਾਰੀਆਂ ਇੰਟਰਸਟਿੰਗ ਵੀਡੀਓਜ਼ ਦੇ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਹਨ, ਉਹਨਾਂ ਨੂੰ ਵੀ ਜਾ ਕੇ ਜ਼ਰੂਰ ਵੇਖੋ। ਸੋ ਡਿਸਕ੍ਰਿਮੀਨੇਸ਼ਨ ਨੂੰ ਪੰਜਾਬੀ ਦੇ ਵਿੱਚ ਭੇਦਭਾਵ ਜਾਂ ਫਿਰ ਵਿਤਕਰਾ ਕਿਹਾ ਜਾਂਦਾ ਹੈ। ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਡਾਕੂਮੈਂਟਸ ਵਿੱਚ ਇਸ ਬੁਰਾਈ 'ਤੇ ਵੀ ਰੋਕ ਲਗਾਈ ਗਈ ਹੈ। ਮੈਜੋਰਿਟੀ ਆਫ ਦਾ ਸਟੇਟਸ ਵਰਲਡ ਦੀਆਂ ਇਸ ਭੇਦਭਾਵ ਨੂੰ ਖਤਮ ਕਰਨ ਦੇ ਹੱਕ ਵਿੱਚ ਹੀ ਹਨ। ਹਰੇਕ ਤਰ੍ਹਾਂ ਦੀ ਡਿਬੇਟ, ਆਮ ਗੱਲਬਾਤ, ਚਾਹੇ ਉਹ ਫਿਲੋਸਫੀਕਲ ਹੋਵੇ ਜਾਂ ਫਿਰ ਪੋਲੀਟੀਕਲ, ਉਸ ਵਿੱਚ ਡਿਸਕ੍ਰਿਮੀਨੇਸ਼ਨ ਨੂੰ ਮੋਰਲੀ ਰੋਂਗ ਦੱਸਿਆ ਗਿਆ ਹੈ ਅਤੇ ਲੀਗਲੀ ਇਸ 'ਤੇ ਪ੍ਰੋਹਿਬਿਸ਼ਨ ਲਗਾਈ ਗਈ ਹੈ, ਮਤਲਬ ਕਿ ਬੈਨ ਕੀਤਾ ਗਿਆ ਹੈ ਇਸ ਨੂੰ। ਪਰ ਸਭ ਤੋਂ ਪਹਿਲਾਂ ਪਤਾ ਕਰਦੇ ਹਾਂ ਕਿ ਡਿਸਕ੍ਰਿਮੀਨੇਸ਼ਨ ਹੈ ਕੀ। ਡਿਸਕ੍ਰਿਮੀਨੇਸ਼ਨ ਦਾ ਓਪਰੇਸ਼ਨ ਅਤੇ ਐਕਸਪਲੋਇਟੇਸ਼ਨ ਨਾਲ ਸੰਬੰਧ ਕੀ ਹੈ। ਡਿਸਕ੍ਰਿਮੀਨੇਸ਼ਨ ਕਿਸ ਬੇਸ 'ਤੇ ਪ੍ਰੈਕਟਿਸ ਕੀਤਾ ਜਾਂਦਾ ਹੈ ਅਤੇ ਕਿਹੜੀਆਂ-ਕਿਹੜੀਆਂ ਇਸ ਦੀਆਂ ਕੈਟਾਗਰੀਜ਼ ਨੇ, ਜਿਵੇਂ ਕਿ ਰੇਸ, ਰਿਲੀਜਨ ਐਂਡ ਸੈਕਸ। ਸੋ ਸਟਾਰਟ ਕਰਦੇ ਹਾਂ। ਸੋ ਜੋ ਇਹ ਡਿਸਕ੍ਰਿਮੀਨੇਸ਼ਨ ਹੈ ਇਹ ਪ੍ਰੈਕਟਿਸ ਕੀਤਾ ਜਾਂਦਾ ਹੈ ਇੱਕ ਵਿਅਕਤੀ ਜਾਂ ਕੁਝ ਗਰੁੱਪਸ ਦੁਆਰਾ ਦੂਜੇ ਵਿਅਕਤੀ ਤੇ ਗਰੁੱਪਸ ਦੇ ਨਾਲ। ਅਤੇ ਜੇ ਇੰਟਰਨੈਸ਼ਨਲ ਲੈਵਲ 'ਤੇ ਇਸ ਦੀ ਡੈਫੀਨੇਸ਼ਨ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਵਾਊਟਰ ਵੈਂਡ ਹੋਲ ਕਹਿੰਦੇ ਨੇ ਕਿ ਦੇਅਰ ਔਰ ਹੇਅਰ ਇਜ਼ ਨੋ ਯੂਨੀਵਰਸਲੀ ਅਸੈਪਟਡ ਡੈਫੀਨੇਸ਼ਨ ਆਫ ਡਿਸਕ੍ਰਿਮੀਨੇਸ਼ਨ, ਮਤਲਬ ਕਿ ਕੋਈ ਵੀ ਭੇਦਭਾਵ ਦੀ ਪਰਟੀਕੂਲਰ ਪਰਿਭਾਸ਼ਾ ਅਸੈਪਟ ਨਹੀਂ ਕੀਤੀ ਗਈ ਹੈ ਹੁਣ ਤੱਕ। ਅਤੇ ਜੋ ਕੋਰ ਹਿਊਮਨ ਰਾਈਟਸ ਡਾਕੂਮੈਂਟਸ ਨੇ ਉਹ ਵੀ ਫੇਲ ਹੋ ਗਏ ਨੇ ਇਸ ਨੂੰ ਡਿਫਾਈਨ ਕਰਨ ਦੇ ਵਿੱਚ। ਬਸ ਇੱਕ ਤਰ੍ਹਾਂ ਦੀ ਸਿੰਪਲੀ ਲਿਸਟ ਦੇ ਦਿੱਤੀ ਗਈ ਹੈ ਕਿ ਕਿਹਨਾਂ ਗਰਾਊਂਡਸ 'ਤੇ ਹੋ ਰਹੇ ਭੇਦਭਾਵ 'ਤੇ ਪ੍ਰੋਹਿਬਿਸ਼ਨ ਲਗਾਈ ਗਈ ਹੈ। ਅਤੇ ਜੇ ਦੇਖਿਆ ਜਾਏ ਤਾਂ ਸਿਵਲ ਐਂਡ ਪੋਲੀਟੀਕਲ ਰਾਈਟਸ ਡਿਕਲੇਅਰ ਕਰਦੇ ਨੇ ਕਿ ਜੋ ਲਾਅ ਹੈ ਉਹ ਹਰੇਕ ਤਰ੍ਹਾਂ ਦੇ ਭੇਦਭਾਵ ਉੱਤੇ ਰੋਕ ਲਗਾਉਂਦਾ ਹੈ ਅਤੇ ਹਰੇਕ ਵਿਅਕਤੀ ਨੂੰ ਇਕੁਅਲ ਐਂਡ ਇਫੈਕਟਿਵ ਪ੍ਰੋਟੈਕਸ਼ਨ ਪ੍ਰੋਵਾਈਡ ਕਰਦਾ ਹੈ ਅਗੇਂਸਟ ਡਿਸਕ੍ਰਿਮੀਨੇਸ਼ਨ ਔਨ ਐਨੀ ਗਰਾਊਂਡ ਸੱਚ ਐਜ਼ ਰੇਸ, ਕਲਰ, ਸੈਕਸ, ਲੈਂਗੁਏਜ, ਰਿਲੀਜਨ, ਪੋਲੀਟੀਕਲ ਔਰ ਅਦਰ ਓਪੀਨੀਅਨ। ਅਤੇ ਇਹ ਦਿੱਤਾ ਗਿਆ ਹੈ ਇੰਟਰਨੈਸ਼ਨਲ ਕਨਵੈਨਸ਼ਨ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਵਿੱਚ ਆਰਟੀਕਲ 26 ਦੇ ਅਧੀਨ। ਅਤੇ ਯੂਰਪੀਅਨ ਕਨਵੈਨਸ਼ਨ ਫॉर ਦਾ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ ਵੀ ਇਹੀ ਡਿਕਲੇਅਰ ਕਰਦਾ ਹੈ ਆਪਣੇ ਆਰਟੀਕਲ 14 ਦੇ ਵਿੱਚ। ਡਿਸਕ੍ਰਿਮੀਨੇਸ਼ਨ ਹੁੰਦਾ ਹੈ ਐਕਸ਼ਨਸ ਨਾਲ, ਪ੍ਰੈਕਟਿਸਿਸ ਅਤੇ ਪੋਲਿਸੀਜ਼ ਦੇ ਦੁਆਰਾ। ਅਤੇ ਜੇ ਕਦੇ ਆਪਾਂ ਓਬਜ਼ਰਵ ਕੀਤਾ ਹੋਵੇ ਅਤੇ ਧਿਆਨ ਦਿੱਤਾ ਹੋਵੇ ਤਾਂ ਪਤਾ ਚੱਲਦਾ ਹੈ ਕਿ ਇੱਕ ਸੋਸ਼ਲ ਗਰੁੱਪ ਦੂਜੇ ਸੋਸ਼ਲ ਗਰੁੱਪ ਨਾਲ ਇਹ ਡਿਸਕ੍ਰਿਮੀਨੇਸ਼ਨ ਕਰਦਾ ਹੈ। ਇੰਡੀਆ ਦੇ ਕੰਟੈਕਸਟ ਦੇ ਵਿੱਚ ਦੇਖਿਆ ਜਾਵੇ ਤਾਂ ਅੱਪਰ ਕਲਾਸ, ਮਤਲਬ ਕਿ ਜੋ ਬ੍ਰਾਹਮਣ ਜਾਤ ਦੀ ਕਮਿਊਨਿਟੀ ਹੈ ਉਸ ਦੁਆਰਾ ਇਹ ਵਿਤਕਰਾ ਕੀਤਾ ਜਾਂਦਾ ਹੈ ਇੱਕ ਲੋਅਰ ਕਾਸਟ ਦੀ ਕਮਿਊਨਿਟੀ ਦੇ ਨਾਲ। ਇਹੀ ਤਾਂ ਹੈ ਜਾਤ-ਪਾਤ ਨਾਲ ਸੰਬੰਧਿਤ ਭੇਦਭਾਵ। ਅਤੇ ਇਸੇ ਨਾਲ ਸੰਬੰਧਿਤ US ਸੁਪਰੀਮ ਕੋਰਟ ਵਿੱਚ ਬੋਰਡ ਆਫ ਐਜੂਕੇਸ਼ਨ ਦਾ ਕਹਿਣਾ ਹੈ ਕਿ ਪਬਲਿਕ ਸਕੂਲਾਂ ਵਿੱਚ ਜਾਤੀਗਤ ਵਖਰੇਵਾਂ ਹੋਣਾ ਗੈਰ ਸੰਵਿਧਾਨਿਕ ਹੈ। ਇਸ ਨਾਲ ਨੀਗਰੋ ਬੱਚਿਆਂ ਦਾ ਵਿੱਦਿਅਕ ਅਤੇ ਮਾਨਸਿਕ ਵਿਕਾਸ ਰੁਕੇਗਾ। ਇਸ ਤਰ੍ਹਾਂ ਅਦਾਲਤ ਦਾ ਨਿਯਮ ਹੈ ਕਿ ਵੱਖਰਾ ਕਰਨਾ ਜਾਣੀ ਕਿ ਸੈਪਰੇਸ਼ਨ ਕਾਲੇ ਬੱਚਿਆਂ ਦੇ ਵਿਰੁੱਧ ਗੈਰ ਕਾਨੂੰਨੀ ਵਿਤਕਰੇ ਦੇ ਬਰਾਬਰ ਹੈ, ਕਿਉਂਕਿ ਇਹ ਉਹਨਾਂ 'ਤੇ ਵਿੱਦਿਅਕ ਅਤੇ ਮਨੋਵਿਗਿਆਨਿਕ ਨੁਕਸਾਨਾਂ ਨੂੰ ਥੋਪਦਾ ਹੈ, ਉਹਨਾਂ ਨੂੰ ਡਿਸਐਡਵਾਂਟੇਜ ਦਿੰਦਾ ਹੈ। US ਦੇ ਵਿੱਚ ਇਹ ਡਿਸਕ੍ਰਿਮੀਨੇਸ਼ਨ ਹਲੇ ਵੀ ਸਿਖਰਾਂ 'ਤੇ ਹੈ। ਗੋਰੇ ਹਲੇ ਵੀ ਕਾਲਿਆਂ ਨੂੰ ਤੰਗ ਕਰਦੇ ਨੇ ਅਤੇ ਉਹਨਾਂ ਦੇ ਨਾਲ ਵਿਤਕਰਾ ਕਰਦੇ ਨੇ। ਇਸ ਤੋਂ ਬਾਅਦ ਡਿਸਕ੍ਰਿਮੀਨੇਸ਼ਨ ਦਾ ਬਹੁਤ ਨੇੜੇ ਦਾ ਸੰਬੰਧ ਹੈ ਇਨਇਕੁਐਲਿਟੀ ਦੇ ਨਾਲ। ਮੋਸਟਲੀ ਕੀ ਹੁੰਦਾ ਹੈ ਕਿ ਜੋ ਵਿਅਕਤੀ ਜਾਂ ਕਮਿਊਨਿਟੀ ਕਮਜ਼ੋਰ ਹੈ, ਵੀਕ ਹੈ, ਚਾਹੇ ਉਹ ਫਾਈਨੈਂਸ਼ੀਅਲੀ ਹੋਵੇ, ਚਾਹੇ ਉਹ ਪਾਵਰ ਦੇ ਕੰਟੈਕਸਟ ਦੇ ਵਿੱਚ ਹੋਵੇ, ਉਸ ਨਾਲ ਇਹ ਭੇਦਭਾਵ ਕੀਤਾ ਜਾਂਦਾ ਹੈ ਇੱਕ ਪਾਵਰਫੁੱਲ ਜਾਂ ਫਿਰ ਅੱਪਰ ਕਲਾਸ ਦੀ ਕਮਿਊਨਿਟੀ ਦੇ ਦੁਆਰਾ। ਅਤੇ ਇਸ ਤੋਂ ਇਲਾਵਾ 20ਵੀਂ ਸਦੀ ਦੇ ਸ਼ੁਰੂ ਵਿੱਚ ਹਾਰਵਰਡ ਯੂਨੀਵਰਸਿਟੀ ਦੀ ਜੇ ਐਡਮਿਸ਼ਨ ਪੋਲਿਸੀ ਦੇਖੀਏ ਤਾਂ ਯੂਨੀਵਰਸਿਟੀ ਨੇ ਕੋਟਾ ਰੱਖਿਆ ਜੈਵਿਸ਼ ਧਰਮ ਦੇ ਸਟੂਡੈਂਟਸ ਦੇ ਲਈ। ਇਹ ਯੂਨੀਵਰਸਿਟੀ ਇਹਨਾਂ ਸਟੂਡੈਂਟਸ ਨਾਲ ਉਹਨਾਂ ਦੀ ਧਰਮ ਨੂੰ ਲੈ ਕੇ ਵਿਤਕਰਾ ਕਰਨ ਕਰਕੇ ਦੋਸ਼ੀ ਸੀ ਅਤੇ ਈਸਾਈ ਧਰਮ ਦੇ ਮੁਕਾਬਲੇ ਜੈਵਿਸ਼ ਸਟੂਡੈਂਟਸ ਨੂੰ ਡਿਸਐਡਵਾਂਟੇਜਸ ਦਿੱਤੀਆਂ ਗਈਆਂ। ਅਤੇ ਅੱਗੇ ਗੱਲ ਕਰਦੇ ਹਾਂ ਕਿ ਇਸ ਡਿਸਕ੍ਰਿਮੀਨੇਸ਼ਨ ਨੂੰ ਕਿਸ ਤਰੀਕੇ ਨਾਲ ਪ੍ਰੈਕਟਿਸ ਕੀਤਾ ਜਾਂਦਾ ਹੈ। ਤਾਂ ਜ਼ਿਆਦਾਤਰ ਇਸ ਨੂੰ ਡਾਇਰੈਕਟਲੀ ਪ੍ਰੈਕਟਿਸ ਕੀਤਾ ਜਾਂਦਾ ਹੈ। ਇੱਕ ਦੇਸ਼ ਹੈ ਰੋਮੇਨੀਆ, ਇਸ ਦੇ ਬਾਰਡਰ 'ਤੇ ਕਈ ਇਸ ਦੇ ਗੁਆਂਢੀ ਦੇਸ਼ ਲੱਗਦੇ ਨੇ ਜਿਵੇਂ ਕਿ ਹੰਗਰੀ, ਸਰਬੀਆ ਅਤੇ ਬੁਲਗਾਰੀਆ।
ਇਸ ਦੇਸ਼ ਵਿੱਚ 2002 'ਚ ਰੋਮਾ ਦੇ ਕਈ ਵਿਅਕਤੀ ਐਂਟਰ ਹੋਏ ਇੱਕ ਰੋਮੇਨੀਅਨ ਸ਼ਹਿਰ ਦੇ ਬਾਰ ਵਿੱਚ। ਇਹ ਰੋਮਾ ਦੇ ਲੋਕ ਉਹ ਲੋਕ ਸਨ ਜੋ ਇੰਡੀਆ ਦੇ ਨਾਰਥਨ ਏਰੀਆ 'ਚੋਂ ਗਏ ਸਨ ਅਤੇ ਉਸ ਬਾਰ ਦੇ ਇੱਕ ਇੰਪਲੋਏ ਨੇ ਇਸ਼ਾਰਾ ਕਰਕੇ ਇਹਨਾਂ ਰੋਮਾ ਪੀਪਲਸ ਨੂੰ ਐਕਸਪਲੇਨ ਕੀਤਾ ਕਿ ਅਸੀਂ ਰੋਮਾ ਨੂੰ ਸਰਵ ਨਹੀਂ ਕਰਦੇ, ਵੀ ਡੂ ਨਾਟ ਸਰਵ ਰੋਮਾ। ਅਤੇ ਫਿਰ ਰੋਮੇਨੀਅਨ ਕੋਰਟ ਨੇ ਕੇਸ ਦਾ ਫੈਸਲਾ ਕਰਦੇ ਹੋਏ ਕਿਹਾ ਕਿ ਰੋਮਾ ਪੁਰਸ਼ ਗੈਰ ਕਾਨੂੰਨੀ ਵਿਤਕਰੇ ਦਾ ਸ਼ਿਕਾਰ ਹੋਏ ਸਨ। ਜੇ ਗੱਲ ਕਰੀਏ ਹੁਣ ਇਸ ਤੋਂ ਬਾਅਦ ਇੰਡੀਆ ਦੀ, ਤਾਂ ਇੰਡੀਆ ਦੇ ਵਿੱਚ ਡਾਇਰੈਕਟ ਡਿਸਕ੍ਰਿਮੀਨੇਸ਼ਨ ਦਾ ਕੋਈ ਅੰਤ ਨਹੀਂ ਹੈ। ਫੋਰ ਐਗਜ਼ਾਮਪਲ, ਇੱਕ ਇੰਪਲੋਇਰ ਨੇ ਕੈਂਡੀਡੇਟ ਦਾ ਇੰਟਰਵਿਊ ਲੈਣ ਤੋਂ ਸਾਫ਼ ਮਨਾ ਕਰ ਦਿੱਤਾ ਕਿਉਂਕਿ ਉਹ ਸ਼ਡਿਊਲ ਕਾਸਟ ਤੋਂ ਬਿਲੋਂਗ ਕਰਦਾ ਸੀ। ਦਿਸ ਇਜ਼ ਦ ਡਾਇਰੈਕਟ ਡਿਸਕ੍ਰਿਮੀਨੇਸ਼ਨ ਰਿਲੇਟਿਡ ਟੂ ਕਾਸਟ। ਇੱਕ ਹੌਸਪੀਟਲ ਵਿੱਚ ਸਿਰਫ ਫੀਮੇਲ ਨਰਸਿਸ ਨੂੰ ਹੀ ਹਾਇਰ ਕੀਤਾ ਗਿਆ, ਉਹਨਾਂ ਨੂੰ ਹੀ ਪ੍ਰਾਇਓਰਿਟੀ ਦਿੱਤੀ ਗਈ ਕਿਉਂਕਿ ਉੱਥੇ ਅਜ਼ੰਪਸ਼ਨ ਇਹ ਦਿੱਤੀ ਗਈ ਕਿ ਔਰਤਾਂ ਜ਼ਿਆਦਾ ਕੇਅਰਿੰਗ ਹੁੰਦੀਆਂ ਨੇ ਮਰਦਾਂ ਨਾਲੋਂ। ਇੱਥੇ ਡਾਇਰੈਕਟ ਡਿਸਕ੍ਰਿਮੀਨੇਸ਼ਨ ਪ੍ਰੈਕਟਿਸ ਕੀਤਾ ਗਿਆ ਮੇਲ ਨਰਸਿਸ ਔਰ ਡਾਕਟਰਸ ਦੇ ਨਾਲ। ਅਤੇ ਇਸ ਤੋਂ ਇਲਾਵਾ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ 2021 ਦੀ ਰਿਪੋਰਟ ਅਨੁਸਾਰ ਸ਼ਡਿਊਲ ਕਾਸਟ ਲਈ ਡਿਸਕ੍ਰਿਮੀਨੇਸ਼ਨ ਹੋਰ ਜ਼ਿਆਦਾ ਇਨਕਰੀਜ਼ ਹੋ ਗਿਆ ਹੈ ਪਹਿਲਾਂ ਤੋਂ। ਸ਼ਡਿਊਲਡ ਕਾਸਟ ਦੇ ਅਗੇਂਸਟ ਕ੍ਰਾਈਮ 1 ਸਾਲ ਦੌਰਾਨ 1.2% ਇਨਕਰੀਜ਼ ਹੋ ਚੁੱਕਾ ਹੈ। 2020 ਦੇ ਵਿੱਚ ਇਹਨਾਂ ਕ੍ਰਾਈਮਸ ਦਾ ਨੰਬਰ 50,219 ਸੀ ਅਤੇ 2021 'ਚ ਇਹ ਵੱਧ ਕੇ 50,900 ਹੋ ਚੁੱਕਾ ਹੈ। ਰਿਪੋਰਟ ਅਨੁਸਾਰ ਸਭ ਤੋਂ ਜ਼ਿਆਦਾ ਹਾਈਐਸਟ ਨੰਬਰ ਇਹਨਾਂ ਕੇਸਿਸ ਦਾ ਯੂਪੀ ਦਾ ਹੈ, ਨੰਬਰ ਹੈ 13,146 ਕੇਸਿਸ ਅਤੇ 2,585 ਰੇਪ ਕੇਸਿਸ ਸਾਹਮਣੇ ਆਏ ਅਗੇਂਸਟ ਦਲਿਤ ਵੂਮੈਨਸ। 967 ਕੇਸਿਸ ਮਰਡਰ ਦੇ ਆਏ ਅਗੇਂਸਟ ਸ਼ਡਿਊਲ ਕਾਸਟ। ਅਤੇ ਜੇ ਇੰਡੀਆ ਦੇ ਵਿੱਚ ਡਿਸਕ੍ਰਿਮੀਨੇਸ਼ਨ ਦੇ ਓਵਰਆਲ ਸਿਨੈਰੀਓ ਨੂੰ ਵੇਖਿਆ ਜਾਵੇ ਤਾਂ ਇੱਥੇ ਜ਼ਿਆਦਾਤਰ ਵੂਮੈਨ ਅਗੇਂਸਟ ਅਤੇ ਲੋਅਰ ਕਾਸਟ ਅਗੇਂਸਟ ਡਿਸਕ੍ਰਿਮੀਨੇਸ਼ਨ ਪ੍ਰੈਕਟਿਸ ਕੀਤਾ ਜਾਂਦਾ ਹੈ। ਸੋ ਆਓ ਸਭ ਤੋਂ ਪਹਿਲਾਂ ਅਸੀਂ ਦਲਿਤਾਂ ਨਾਲ ਹੋ ਰਹੇ ਵਿਤਕਰੇ ਦੀਆਂ ਕੁਝ ਕੁ ਉਦਾਹਰਨਾਂ ਨੂੰ ਦੇਖਦੇ ਹਾਂ ਕਿ ਕਾਸਟਿਜ਼ਮ ਰਿਲੇਟਿਡ ਜੋ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਇੰਡੀਆ ਦੇ ਵਿੱਚ ਉਹ ਕਿਸ ਤਰ੍ਹਾਂ ਪ੍ਰੈਕਟਿਸ ਕੀਤਾ ਜਾਂਦਾ ਹੈ। ਸੋ ਇੰਡੀਆ ਦੇ ਵਿੱਚ ਜਾਤ ਪਾਤ ਨਾਲ ਸੰਬੰਧਿਤ ਹੋ ਰਹੇ ਵਿਤਕਰੇ ਦੀਆਂ ਸਾਨੂੰ ਕਈ ਉਦਾਹਰਨਾਂ ਵੇਖਣ ਅਤੇ ਸੁਣਨ ਨੂੰ ਮਿਲਦੀਆਂ ਨੇ। ਜਿਵੇਂ ਕਿ ਤਾਮਿਲਨਾਡੂ ਦੇ ਇੱਕ ਗੌਰਮੈਂਟ ਸਕੂਲ ਦੇ ਵਿੱਚ ਇੱਕ ਹੈੱਡਮਾਸਟਰ ਦੁਆਰਾ 6 ਦਲਿਤ ਸਟੂਡੈਂਟਸ ਤੋਂ ਫੋਰਸਫੁਲੀ ਟੋਇਲਟ ਕਲੀਨ ਕਰਵਾਇਆ ਗਿਆ ਅਤੇ ਵਾਟਰ ਟੈਂਕ ਦੀ ਸਫਾਈ ਵੀ ਬਲੀਚਿੰਗ ਪਾਊਡਰ ਨਾਲ ਕਰਵਾਈ ਗਈ ਅਤੇ ਫਿਰ ਇਸ ਘਟਨਾ ਤੋਂ ਬਾਅਦ ਸਕੂਲ ਦੇ ਇਸ ਹੈੱਡਮਾਸਟਰ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਰਨਾਟਕਾ ਦੇ ਵਿੱਚ ਜਦੋਂ ਇੱਕ ਦਲਿਤ ਵੂਮਨ ਨੇ ਟੈਂਕ 'ਚੋਂ ਪਾਣੀ ਪੀ ਲਿਆ ਤਾਂ ਅੱਪਰ ਕਾਸਟ ਦੇ ਰੈਜ਼ੀਡੈਂਟਸ ਨੇ ਉਸ ਟੈਂਕ ਨੂੰ ਪਿਓਰੀਫਾਈ ਕਰਨ ਲਈ ਗਊ ਮੂਤਰਾ ਦਾ ਯੂਜ਼ ਕੀਤਾ। ਸਭ ਤੋਂ ਪਹਿਲਾਂ ਉਸ ਟੈਂਕ ਦੇ ਵਿੱਚੋਂ ਪਾਣੀ ਕੱਢਿਆ ਗਿਆ, ਉਸ ਨੂੰ ਬਿਲਕੁਲ ਖਾਲੀ ਕਰ ਦਿੱਤਾ ਗਿਆ ਅਤੇ ਫਿਰ ਕਾਊ ਯੂਰਿਨ ਨਾਲ ਉਸ ਟੈਂਕ ਨੂੰ ਸ਼ੁੱਧ ਕੀਤਾ ਗਿਆ। ਅਤੇ ਫਿਰ ਯੂਪੀ ਵਿੱਚ ਇੱਕ ਦਲਿਤ ਕਾਲਜ ਟੀਚਰ ਅਭੈ ਕੁਮਾਰ ਕੋਰੀ ਨਾਲ ਬਾਕੀ ਅੱਪਰ ਕਾਸਟ ਦੇ ਟੀਚਰਸ ਅਤੇ ਪ੍ਰਿੰਸੀਪਲ ਦੁਆਰਾ ਡਿਸਕ੍ਰਿਮੀਨੇਸ਼ਨ ਕੀਤਾ ਗਿਆ ਕਿਉਂਕਿ ਇਹ ਟੀਚਰ ਕਸ਼ੱਤਰੀਆ ਕਾਸਟ ਨੂੰ ਬਿਲੋਂਗ ਕਰਦਾ ਸੀ। ਇਸ ਟੀਚਰ ਨੇ ਐਲੀਗੇਸ਼ਨ ਲਗਾਇਆ ਕਿ ਬਾਕੀ ਦੇ ਟੀਚਰਸ ਮੇਰੇ ਯੈਲੋ ਕੁੜਤੇ ਅਤੇ ਧੋਤੀ ਦੇ ਖਿਲਾਫ ਹਨ ਅਤੇ ਮੈਨੂੰ ਕੁਰਸੀ 'ਤੇ ਬੈਠਣ ਦੀ ਵੀ ਇਜਾਜ਼ਤ ਨਹੀਂ ਦਿੰਦੇ, ਸਗੋਂ ਨੀਚੇ ਬੈਠਣ ਲਈ ਫੋਰਸ ਕਰਦੇ ਨੇ। ਸੋ ਹੁਣ ਤੱਕ ਅਸੀਂ ਰੰਗ ਰੂਪ ਨਾਲ ਸੰਬੰਧਿਤ ਜਾਤ ਪਾਤ ਅਤੇ ਸੋਸ਼ਲ ਡਿਸਕ੍ਰਿਮੀਨੇਸ਼ਨ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਅਤੇ ਹੁਣ ਅੱਗੇ ਗੱਲ ਕਰਦੇ ਹਾਂ ਜੈਂਡਰ ਡਿਸਕ੍ਰਿਮੀਨੇਸ਼ਨ ਦੀ। ਪਰ ਜੇ ਹੁਣ ਵਿਤਕਰੇ ਦੀ ਗੱਲ ਚੱਲ ਹੀ ਰਹੀ ਹੈ ਤਾਂ ਸਾਨੂੰ ਭਰੂਣ ਹੱਤਿਆ ਬਾਰੇ ਵੀ ਗੱਲ ਕਰ ਲੈਣੀ ਚਾਹੀਦੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਡਿਸਕ੍ਰਿਮੀਨੇਸ਼ਨ ਦੀ ਸ਼ੁਰੂਆਤ ਅਤੇ ਇਸ ਦੀ ਪਹਿਲੀ ਸਟੇਜ ਜੰਮਣ ਤੋਂ ਪਹਿਲਾਂ ਹੀ ਸਟਾਰਟ ਹੋ ਜਾਂਦੀ ਹੈ। ਸੋ ਇੰਡੀਆ ਦੇ ਨਾਲ ਨਾਲ ਹੋਰ ਕਈ ਦੇਸ਼ਾਂ ਵਿੱਚ ਮਾਦਾ ਭਰੂਣ ਹੱਤਿਆ ਇੱਕ ਆਮ ਗੱਲ ਹੈ। ਇਹ ਉਹ ਡਿਸਕ੍ਰਿਮੀਨੇਸ਼ਨ ਹੈ ਜੋ ਇੱਕ ਗਰਲ ਚਾਈਲਡ ਨਾਲ ਜੰਮਣ ਤੋਂ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ। ਫੀਮੇਲ ਇਨਫੈਂਟੀਸਾਈਡ ਦਾ ਮਤਲਬ ਹੈ ਇੱਕ ਯੰਗ ਗਰਲ ਚਾਈਲਡ ਦਾ ਮਰਡਰ। ਸਵਾਲ ਪੈਦਾ ਹੁੰਦਾ ਹੈ ਕਿ ਇਹ ਮਰਡਰ ਕੀਤਾ ਕਿਉਂ ਜਾਂਦਾ ਹੈ। ਇਸ ਦਾ ਜਵਾਬ ਬੜਾ ਬੇਤੁਕਾ ਅਤੇ ਇਲੌਜੀਕਲ ਹੈ। ਉਹ ਇਹ ਹੈ ਕਿ ਇੱਕ ਔਰਤ ਦੇ ਪੇਟ ਵਿੱਚ ਪਲ ਰਿਹਾ ਬੱਚਾ ਇੱਕ ਮੁੰਡਾ ਨਹੀਂ ਸਗੋਂ ਕੁੜੀ ਹੈ ਅਤੇ ਕੁੜੀਆਂ ਨੂੰ ਤਾਂ ਡਿਸਐਡਵਾਂਟੇਜ ਦਿੱਤੀ ਜਾਂਦੀ ਹੈ ਕਈ ਕਲਚਰ ਅਤੇ ਕਈ ਸਟੇਟਸ ਦੇ ਵਿੱਚ। ਮੁੰਡਿਆਂ ਦੇ ਕੰਪੈਰੀਜ਼ਨ ਸਿੱਧਾ ਸਿੱਧਾ ਉਹਨਾਂ ਨਾਲ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਨਿਗਲੈਕਟ ਕੀਤਾ ਜਾਂਦਾ ਹੈ। ਅਤੇ ਸਭ ਤੋਂ ਜ਼ਿਆਦਾ ਓਪਰੈਸ਼ਨ ਅਤੇ ਐਕਸਪਲੋਇਟੇਸ਼ਨ ਹੁੰਦਾ ਹੈ ਵਿਮਨਸ ਦੇ ਨਾਲ ਅਤੇ ਇਸ ਦੀ ਸ਼ੁਰੂਆਤ ਉਹਨਾਂ ਦੇ ਜੰਮਣ ਤੋਂ ਪਹਿਲਾਂ ਹੀ ਸਟਾਰਟ ਹੋ ਜਾਂਦੀ ਹੈ। ਅਤੇ ਇਹ ਡਿਸਕ੍ਰਿਮੀਨੇਸ਼ਨ ਜੋ ਹੈ ਫੀਮੇਲ ਇਨਫੈਂਟੀਸਾਈਡ ਦਾ ਉਹ ਚਾਈਨਾ, ਨਾਰਥ ਕੋਰੀਆ, ਸਾਊਥ ਏਸ਼ੀਆ ਅਤੇ ਮਿਡਲ ਈਸਟ ਵਿੱਚ ਰਿਪੋਰਟ ਕੀਤਾ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੱਜ ਕੱਲ੍ਹ ਸਾਨੂੰ ਡਿਸਕ੍ਰਿਮੀਨੇਸ਼ਨ ਦੇ ਨਵੇਂ ਰੂਪ ਵੇਖਣ ਨੂੰ ਮਿਲ ਰਹੇ ਹਨ। ਵਿਤਕਰੇ ਦੀਆਂ ਸੀਮਾਵਾਂ ਸਿਰਫ ਜੈਂਡਰ, ਰਿਲੀਜਨ, ਸਟੇਟਸ ਜਾਂ ਰੰਗ ਰੂਪ ਤੱਕ ਹੀ ਨਹੀਂ ਸਗੋਂ ਇਸ ਦਾ ਦਾਇਰਾ ਹੋਰ ਵੀ ਬਹੁਤ ਜ਼ਿਆਦਾ ਵੱਧ ਚੁੱਕਾ ਹੈ। ਜਿਵੇਂ ਕਿ ਇੰਡੀਆ,
ਚਾਈਨਾ, USA ਆਦਿ ਵਰਗੇ ਦੇਸ਼ਾਂ ਵਿੱਚ ਡਿਸਕ੍ਰਿਮੀਨੇਸ਼ਨ ਪੱਤਰਕਾਰਾਂ ਤੇ ਬੁੱਧੀਜੀਵੀਆਂ ਤੱਕ ਪਹੁੰਚ ਚੁੱਕਾ ਹੈ। ਉਹਨਾਂ ਨਾਲ ਵੀ ਇਹ ਵਿਤਕਰਾ ਹੋਣਾ ਸ਼ੁਰੂ ਹੋ ਚੁੱਕਾ ਹੈ। ਅੱਜ ਕੱਲ੍ਹ ਸੱਚ ਬੋਲਣ ਵਾਲੇ, ਸਹੀ ਖਬਰ ਪੇਸ਼ ਕਰਨ ਵਾਲੇ ਅਤੇ ਸਰਕਾਰ ਨੂੰ ਹੈਲਦੀ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਨੂੰ ਦੇਸ਼ ਧਰੋਹੀ ਕਿਹਾ ਜਾਂਦਾ ਹੈ ਤੇ ਉਹਨਾਂ ਨਾਲ ਰੱਜ ਕੇ ਡਿਸਕ੍ਰਿਮੀਨੇਸ਼ਨ ਵੀ ਕੀਤਾ ਜਾਂਦਾ ਹੈ, ਬਾਕੀ ਉਹਨਾਂ ਦੇ ਚਮਚੇ ਪੱਤਰਕਾਰਾਂ ਦੇ ਮੁਕਾਬਲੇ। ਵਰਲਡ ਪ੍ਰੈਸ ਫਰੀडम ਇੰਡੈਕਸ 2022 ਦੀ ਰਿਪੋਰਟ ਵਿੱਚ 180 ਨੇਸ਼ਨਸ ਦੇ ਵਿੱਚੋਂ 150ਵੇਂ ਨੰਬਰ 'ਤੇ ਆ ਚੁੱਕਾ ਹੈ ਇੰਡੀਆ। ਮਤਲਬ ਕਿ ਰੈਂਕਿੰਗ ਬਹੁਤ ਵੱਡੇ ਲੈਵਲ 'ਤੇ ਡਰੋਪ ਹੋ ਚੁੱਕੀ ਹੈ। ਤੇ 2022 ਦੀ CPJ ਦੀ ਰਿਪੋਰਟ ਅਨੁਸਾਰ 67 ਪੱਤਰਕਾਰ ਮਾਰੇ ਗਏ ਹਨ ਇੰਡੀਆ ਦੇ ਵਿੱਚ ਤੇ ਆਲਮੋਸਟ 57 ਪੱਤਰਕਾਰ ਵਰਲਡ ਵਾਈਡ 2022 ਦੇ ਵਿੱਚ ਮਾਰੇ ਗਏ ਹਨ। ਤੇ ਇਸ ਤੋਂ ਬਾਅਦ ਜੇ ਲੇਬਰ ਮਾਰਕੀਟ ਦੀ ਗੱਲ ਕਰੀਏ ਤਾਂ ਇੱਥੇ ਸਾਨੂੰ ਡਿਸਕ੍ਰਿਮੀਨੇਸ਼ਨ ਦਾ ਨਵਾਂ ਰੂਪ ਵੇਖਣ ਨੂੰ ਮਿਲਦਾ ਹੈ। ਔਰਤਾਂ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ ਵੇਜਿਸ ਮਤਲਬ ਕਿ ਦਿਹਾੜੀ ਜਾਂ ਤਨਖਾਹ ਨੂੰ ਲੈ ਕੇ। ਮੇਲ ਲੇਬਰ ਤੋਂ ਘੱਟ ਤਨਖਾਹ ਮਿਲਦੀ ਹੈ ਫੀਮੇਲ ਲੇਬਰ ਨੂੰ। ਮਤਲਬ ਇੱਥੇ ਵੀ ਸਾਨੂੰ ਸੈਕਸ ਡਿਸਕ੍ਰਿਮੀਨੇਸ਼ਨ ਆਮ ਵੇਖਣ ਨੂੰ ਮਿਲਦਾ ਹੈ। ਤੇ 2021 ਵਿੱਚ 67.7% ਔਰਤਾਂ ਅਤੇ 78.5% ਮਰਦ ਕੰਮ ਕਰਦੇ ਸਨ ਲੇਬਰ ਮਾਰਕੀਟ ਵਿੱਚ। ਮਤਲਬ ਕਿ ਅਪਰੋਕਸੀਮੇਟਲੀ 10% ਦਾ ਫਰਕ ਹੈ ਇਸ ਡਾਟਾ ਵਿੱਚ। ਆਰਗੇਨਾਈਜੇਸ਼ਨਲ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਦੀ ਸੋਸ਼ਲ ਇੰਸਟੀਟਿਊਸ਼ਨਲ ਐਂਡ ਜੈਂਡਰ ਇੰਡੈਕਸ SIGI ਨੇ 179 ਕੰਟਰੀਜ਼ ਵਿੱਚ ਪਾਏ ਗਏ ਜੈਂਡਰ ਡਿਸਕ੍ਰਿਮੀਨੇਸ਼ਨ ਨੂੰ ਮੈਜ਼ਰ ਕੀਤਾ। ਸੋ SIGI 2023 ਦੀ ਰਿਪੋਰਟ ਅਨੁਸਾਰ ਗਲੋਬਲ ਦੀ ਆਲਮੋਸਟ ਅੱਧੀ ਜਨਸੰਖਿਆ ਸੋਚਦੀ ਹੈ ਕਿ ਜਦੋਂ ਇੱਕ ਮਦਰ ਕੰਮ ਕਰਦੀ ਹੈ, ਇੱਕ ਮਾਂ ਬਾਹਰ ਜਾ ਕੇ ਕੰਮ ਕਰਦੀ ਹੈ ਪੈਸੇ ਕਮਾਉਣ ਲਈ, ਤਾਂ ਉਸਦੇ ਬੱਚੇ ਵੀ ਨਾਲ ਨਾਲ ਸਫਰ ਕਰਦੇ ਨੇ। ਔਰਤਾਂ ਤੋਂ ਜ਼ਿਆਦਾਤਰ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਨਪੇਡ ਜਾਣੀ ਕਿ ਬਿਨਾਂ ਤਨਖਾਹ ਤੋਂ ਘਰ ਦੇ ਕੰਮ ਕਰਨ। ਇਸ ਅਨਪੇਡ ਵਰਕ ਅਤੇ ਜ਼ਿਆਦਾ ਬਰਡਨ ਔਰਤਾਂ 'ਤੇ COVID-19 ਪੈਂਡੇਮਿਕ ਦੇ ਦੌਰਾਨ ਹੋਰ ਵੀ ਜ਼ਿਆਦਾ ਵੱਧ ਗਿਆ। ਸੋ ਇਸ ਤਰ੍ਹਾਂ ਸਾਨੂੰ ਇੰਡੀਅਨ ਸੁਸਾਇਟੀ ਦੇ ਨਾਲ ਨਾਲ ਹੋਰ ਕਈ ਸੁਸਾਇਟੀਜ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਡਿਸਕ੍ਰਿਮੀਨੇਸ਼ਨ ਦੇ ਰੂਪ ਵੇਖਣ ਨੂੰ ਮਿਲਦੇ ਨੇ, ਜਿਵੇਂ ਕਿ ਰੰਗ ਰੂਪ ਨਾਲ ਸੰਬੰਧਿਤ ਵਿਤਕਰਾ, ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ, ਲੇਬਰ ਮਾਰਕੀਟ ਡਿਸਕ੍ਰਿਮੀਨੇਸ਼ਨ, ਡਿਸਕ੍ਰਿਮੀਨੇਸ਼ਨ ਅਗੇਂਸਟ ਦਲਿਤ ਔਰ ਦਲਿਤ ਵੂਮੈਨ, ਸੋਸ਼ਲ ਡਿਸਕ੍ਰਿਮੀਨੇਸ਼ਨ ਔਰ ਕਾਸਟ ਡਿਸਕ੍ਰਿਮੀਨੇਸ਼ਨ ਐਂਡ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਆਦਿ। ਸੋ ਇੱਥੇ ਸਾਡੀ ਇਹ ਵੀਡੀਓ ਖਤਮ ਹੁੰਦੀ ਹੈ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ, ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟਸ ਦੇ ਵਿੱਚ ਆਪਣੇ ਸੁਜੈਸ਼ਨਸ ਤੇ ਐਕਸਪੀਰੀਅੰਸ ਨੂੰ ਜ਼ਰੂਰ ਸ਼ੇਅਰ ਕਰਿਓ। ਥੈਂਕ ਯੂ।